ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਦੇ ਕੀ ਲੱਛਣ ਹੁੰਦੇ ਹਨ, ਸਤਿਗੁਰੂ ਕਿਸ ਨੂੰ ਕਹਿੰਦੇ ਹਨ। ਤਾਂ ਗੁਰੂ ਸਾਹਿਬ ਜੀ ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 286 ਤੇ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ ਰਹੇ ਹਨ। ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਨ੍ਹਾਂ ਦੀ ਕਿਰਪਾ ਸਦਕਾ ਅਸੀਂ ਸਤ ਕਹੀਏ ਸੱਚੇ ਪੁਰਖ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਸੱਚਾ ਗੁਰੂ ਹੈ, ਜੋ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਹੋਵੇ, ਜਿਸ ਨੇ ਸਤ ਨਾਸ਼ ਤੋਂ ਰਹਿਤ ਪੁਰਖ ਪੂਰਨ ਪਰਮੇਸ਼ਰ ਨੂੰ ਆਪਣਾ ਆਤਮ ਸਰੂਪ ਕਰਕੇ ਜਾਣਨਾ ਕੀਤਾ ਹੈ। ਉਸ ਦਾ ਨਾਉ ਕਹੀਏ ਨਾਮ ਸਤਿਗੁਰੂ ਹੈ, ਕਿਉਂਕਿ ਗੌੜੀ ਕੀ ਵਾਰ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ। ਸੋ ਸਤਿਗੁਰ ਜੇ ਸੱਚ ਧਿਆਏ ਦਾ, ਸੱਚ ਸੱਚਾ ਸਤਿਗੁਰ ਇੱਕੇ, ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਛਿਕੇ। ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾਓ। ਉਸ ਸਤਿਗੁਰਾਂ ਦੇ ਸੰਗ ਨਾਮ ਭਾਵ ਉਸ ਦੀ ਸੰਗਤ ਕਰਕੇ ਸਿੱਖ ਕੀਏ ਸਿੱਖਿਆ ਲੈਣੇ ਵਾਲੇ ਪੁਰਖ ਉਧਰੈ ਹੁੰਦਾ ਮੁਕਤ ਹੋ ਜਾਂਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਓ ਗਾਉਣਾ ਕਰੋ। ਉਸ ਗੁਰਾਂ ਦੀ ਸੰਗਤ ਨਾਲ ਮਿਲ ਕੇ ਜੋ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਉਸ ਸਿੱਖ ਦਾ ਉਧਰੈ ਕਹੀਏ ਉਧਾਰ ਹੋ ਜਾਂਦਾ ਹੈ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਤਿਗੁਰੂ ਜੀ ਆਪਣੇ ਸਿੱਖ ਦੀ ਹਰ ਤਰ੍ਹਾਂ ਕਰਕੇ ਪ੍ਰਤਪਾਲਣਾ ਰੱਖਿਆ ਕਰਦਾ ਹੈ। ਸਤਿਗੁਰੂ ਜੀ ਆਪਣੇ ਸੇਵਕ ਦਾਸ ਦੇ ਤਾਈਂ ਹਮੇਸ਼ਾ ਹੀ ਦਇਆਲ ਦਇਆ ਦਾ ਆਲ ਘਰ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰੂ ਆਪਣੇ ਸਿੱਖ ਦੀ ਦੁਰਮਤ ਖੋਟੀ ਮਤ ਰੂਪ ਮਲ ਮੈਲ ਨੂੰ ਹਿਰੈ ਨਾਸ਼ ਕਰ ਦਿੰਦੇ ਹਨ, ਭਾਵ ਦੂਰ ਕਰ ਦਿੰਦੇ ਹਨ। ਗੁਰਸਿੱਖ ਗੁਰੂ ਸਾਹਿਬ ਜੀ ਦੇ ਬਚਨੀ ਬੋਲਾਂ ਦੁਆਰਾ ਪਰਮੇਸ਼ਰ ਦੇ ਨਾਮ ਦਾ ਉਚਾਰੈ ਕਹੀਏ ਉਚਾਰਨ ਕਰਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰੂ ਸਾਹਿਬ ਜੀ ਸਿੱਖ ਦੇ ਜੰਮਣ ਮਰਨ ਰੂਪ ਬੰਧਨ ਜੰਜਾਲ ਕੱਟ ਦਿੰਦੇ ਹਨ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੇ ਬੰਧਨ ਵੀ ਜਿਹੜੇ ਹਨ ਕੱਟ ਦਿੰਦੇ ਆ। ਗੁਰੂ ਦਾ ਸਿੱਖ ਵਿਕਾਰ ਵਿਸ਼ੇ ਵਿਕਾਰਾਂ ਤੋਂ ਹਟ ਜਾਂਦਾ। ਕਿਵੇਂ ਪਤਾ ਲੱਗੇ ਕਿ ਸਿੱਖ ਦੇ ਬੰਧਨ ਕੱਟੇ ਗਏ ਹਨ? ਗੁਰੂ ਦਾ ਸਿੱਖ ਵਿਕਾਰਾਂ ਵੱਲੋਂ ਜਦੋਂ ਹਟ ਗਿਆ ਹੋਵੇ, ਉਦੋਂ ਬੰਧਨ ਕੱਟੇ ਜਾਂਦੇ ਹਨ। ਗੁਰੂ ਕਲਗੀਧਰ ਜੀ ਪਾਸ ਇੱਕ ਪਸ਼ੌਰੀ ਨਗਰ ਦਾ ਜੋਗਾ ਸਿੰਘ ਨਾਮੇ ਸਿੱਖ ਬਚਪਨ ਤੋਂ ਹਰ ਪ੍ਰਕਾਰ ਦੀ ਸੇਵਾ ਟਹਿਲ ਬੜੇ ਸਿਦਕ ਤੇ ਭਰੋਸੇ ਉਤਸ਼ਾਹ ਨਾਲ ਕਰਦਾ ਰਹਿੰਦਾ ਸੀ। ਉਸ ਦਾ ਪ੍ਰੇਮ ਵੇਖ ਕੇ ਗੁਰੂ ਸਾਹਿਬ ਜੀ ਹਰ ਵੇਲੇ ਉਸ ਦੇ ਪ੍ਰਸੰਨ ਰਹਿੰਦੇ। ਕਈ ਸਾਲਾਂ ਬਾਅਦ ਉਸ ਦੇ ਮਾਤਾ ਪਿਤਾ ਆਨੰਦਪੁਰ ਸਾਹਿਬ ਆਏ ਤਾਂ ਗੁਰੂ ਜੀ ਅੱਗੇ ਭਾਈ ਜੋਗਾ ਜੀ ਦੀ ਸ਼ਾਦੀ ਲਈ ਕਿਹਾ, ਤਾਂ ਸਤਿਗੁਰਾਂ ਨੇ ਮਾਤਾ ਪਿਤਾ ਦੇ ਕਹਿਣ 'ਤੇ ਭਾਈ ਜੋਗਾ ਸਿੰਘ ਨੂੰ ਭੇਜ ਦਿੱਤਾ ਅਤੇ ਕਹਿਣਾ ਕੀਤਾ ਕਿ ਜੋਗਾ ਸਿੰਘ, ਜਦੋਂ ਤੇਰੀ ਲੋੜ ਪਵੇਗੀ ਤੈਨੂੰ ਅਸੀਂ ਹੁਕਮ ਭੇਜਾਂਗੇ। ਉਸੇ ਵੇਲੇ ਤੁਰੰਤ ਸਾਡੇ ਪਾਸ ਪਹੁੰਚੀ। ਜੋਗਾ ਸਿੰਘ ਨੂੰ ਅਨੰਨਿਆ ਸੇਵਕ ਹੋਣ ਦਾ ਗੁਮਾਨ ਹੋ ਗਿਆ। ਗੁਰੂ ਜੀ ਨੇ ਜੋਗਾ ਸਿੰਘ ਨੂੰ ਪਰਖਣ ਲਈ ਇੱਕ ਸਿੱਖ ਨੂੰ ਇਹ ਸਮਝਾ ਕੇ ਭੇਜ ਦਿੱਤਾ ਕਿ ਜਿਸ ਵੇਲੇ ਜੋਗਾ ਸਿੰਘ 2 ਲਾਵਾਂ ਲੈ ਲਵੇ ਨਾ, ਉਸ ਵੇਲੇ ਇਹ ਹੁਕਮਨਾਮਾ ਉਸ ਨੂੰ ਦੇਣਾ। ਸਿੱਖ ਭਾਈ ਜੋਗਾ ਸਿੰਘ ਕੋਲ ਪਹੁੰਚਿਆ। ਜਦੋਂ 2 ਲਾਵਾਂ ਲੈ ਲਈਆਂ ਤਾਂ ਸਿੱਖ ਨੇ ਗੁਰੂ ਸਾਹਿਬ ਦਾ ਹੁਕਮਨਾਮਾ ਭਾਈ ਜੋਗਾ ਸਿੰਘ ਨੂੰ ਫੜਾ ਦਿੱਤਾ। ਹੁਕਮ ਸੀ ਕਿ ਹੁਕਮਨਾਮਾ ਦੇਖਣ ਸਾਰ ਚਲੇ ਆਓ।
ਹੁਕਮ ਮੰਨ ਕੇ ਭਾਈ ਜੋਗਾ ਸਿੰਘ ਉਸੇ ਵੇਲੇ 2 ਲਾਵਾਂ ਰਹਿੰਦੀਆਂ ਛੱਡ ਕੇ ਗੁਰੂ ਵੱਲ ਤੁਰ ਪਿਆ। ਸੰਬੰਧੀਆਂ ਨੇ ਬਾਕੀ 2 ਲਾਵਾਂ ਦੁਪੱਟੇ ਨਾਲ ਕਰਵਾਈਆਂ। ਰਸਤੇ ਵਿੱਚ ਜੋਗਾ ਸਿੰਘ ਨੂੰ ਹੰਕਾਰ ਹੋ ਗਿਆ ਕਿ ਮੇਰੇ ਜੈਸਾ ਸਿੱਦਕੀ ਸਿੱਖ ਗੁਰੂ ਦੇ ਘਰ ਕੋਈ ਨਹੀਂ ਹੋਣਾ ਜੋ ਲਾਵਾਂ ਛੱਡ ਕੇ ਗੁਰੂ ਵੱਲ ਤੁਰ ਪਵੇ। ਰਸਤੇ ਵਿੱਚ ਜਦੋਂ ਹੁਸ਼ਿਆਰਪੁਰ ਪਹੁੰਚਿਆ ਤਾਂ ਇੱਕ ਵੇਸਵਾ ਜੋ ਅਤਿਅੰਤ ਸੁੰਦਰ ਸੀ, ਉਸ ਉੱਤੇ ਜੋਗਾ ਸਿੰਘ ਮੋਹਿਤ ਹੋ ਗਿਆ। ਅੰਤਰਜਾਮੀ ਗੁਰੂ ਆਪਣੇ ਬਿਰਧ ਤੇ ਸਿੱਖ ਦੀ ਲਾਜ ਪਾਲਣ ਵਾਸਤੇ ਚੌਬਦਾਰ ਪਹਿਰੇਦਾਰ ਦਾ ਰੂਪ ਧਾਰ ਕੇ ਵੇਸਵਾ ਦੇ ਬੂਹੇ ਅੱਗੇ ਜਾ ਖਲੋਤੇ। ਜੋਗਾ ਸਿੰਘ ਨੂੰ ਝਿੜਕ ਕੇ ਬੋਲੇ ਕਿ ਤੂੰ ਕੌਣ ਹੈ, ਤੂੰ ਅੰਦਰ ਨਹੀਂ ਜਾ ਸਕਦਾ। ਪਹਿਲੀ ਵਾਰ ਤਾਂ ਜੋਗਾ ਸਿੰਘ ਵਾਪਸ ਆ ਗਿਆ, ਪਰ ਕਾਮ ਦੇ ਅਧੀਨ ਹੋ ਕੇ ਦੁਬਾਰਾ ਫਿਰ ਉੱਥੇ ਆ ਗਿਆ ਤਾਂ ਪਹਿਰੇਦਾਰ ਨੇ ਕਿਹਾ ਕਿ ਸਿੱਖਾ, ਇਸ਼ਨਾਨ ਦਾ ਸਮਾਂ ਹੈ, ਨਿਤਨੇਮ ਦਾ ਸਮਾਂ ਹੈ, ਵਿਕਾਰਾਂ ਦਾ ਸਮਾਂ ਨਹੀਂ। ਗੁਰੂ ਕੀ ਬਾਣੀ ਪੜ੍ਹ ਕਿਉਂ ਨਰਕ ਵਿੱਚ ਪੈਣ ਲਈ ਵਾਰ-ਵਾਰ ਆਉਂਦਾ? ਤੈਨੂੰ ਵਾਰ-ਵਾਰ ਵਾਪਸ ਮੋੜ ਰਹੇ ਹਾਂ। ਇੱਥੇ ਜੋ ਕੋਈ ਪੈਂਦਾ ਹੈ ਉਹ ਗਲ ਜਾਂਦਾ। ਇਹ ਬਚਨ ਸੁਣ ਕੇ ਜੋਗਾ ਸਿੰਘ ਨੂੰ ਗਿਆਨ ਹੋ ਗਿਆ ਅਤੇ ਆਪਣੇ ਮਨ ਨੂੰ ਫਟਕਾਰਾਂ ਦਿੰਦਾ ਕਲਗੀਧਰ ਪਾਤਸ਼ਾਹ ਜੀ ਕੋਲ ਆਨੰਦਪੁਰ ਸਾਹਿਬ ਪੁੱਜਾ। ਇਸੇ ਪ੍ਰਕਾਰ ਸਤਿਗੁਰੂ ਜੀ ਵਿਕਾਰਾਂ ਤੋਂ ਹਟਾਉਣ ਵਾਲੇ ਆਪ ਹੀ ਹਨ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸੋ ਪਹਿਲਾ ਹੈ ਦੇ, ਈੜੀ ਨੂੰ ਸਿਹਾਰੀ ਬੋਲਣੀ ਹੈ, ਪਰ ਇਸ ਤਰ੍ਹਾਂ ਬੋਲ ਹੋਵੇਗੀ, ਦੱਦੇ ਨੂੰ ਲੰਮੀ ਕਰਕੇ ਬੋਲੋ ਦੇ। ਅੱਗੇ ਫਿਰ ਹੇ ਨਹੀਂ ਬੋਲਣਾ, ਅੱਗੇ ਕੱਲਾ ਹਾਹੇ ਨੂੰ ਲਾਮ ਹੈ। ਕਈ ਵਾਰੀ ਅਸੀਂ ਪਹਿਲਾ ਸ਼ਬਦ ਬੋਲਦੇ ਹਾਂ, ਦੂਸਰੇ ਨੂੰ ਵੀ ਇਸੇ ਤਰ੍ਹਾਂ ਬੋਲ ਜਾਂਦੇ ਕਿ ਸ਼ਾਇਦ ਉਹ ਵੀ ਇਸੇ ਤਰ੍ਹਾਂ ਬੋਲਣਾ, ਜਾਂ ਸਾਡੀ ਕੋਈ ਲੈ ਦੇ ਹਿਸਾਬ ਨਾਲ ਅਸੀਂ ਬੋਲ ਜਾਂਦੇ ਕਿ ਜੇ ਦੇ ਬੋਲਿਆ ਤਾਂ ਇਹ ਵੀ ਹੇ ਬੋਲਣਾ। ਨਹੀਂ, ਅੱਖਰਾਂ ਦਾ ਖਿਆਲ ਰੱਖ ਕੇ ਬਾਣੀ ਪੜ੍ਹਨੀ ਹੈ। ਜੇਕਰ ਇੱਥੇ ਈੜੀ ਨੂੰ ਸਿਆਰੀ ਨਹੀਂ ਲੱਗੀ ਤਾਂ ਨਹੀਂ ਬੋਲਣੀ, ਜੇਕਰ ਲੱਗੀ ਹੈ ਤਾਂ ਬੋਲਣੀ ਹੈ। ਗੁਰ ਕਾ ਸਿੱਖ ਵੱਡ ਭਾਗੀ ਹੈ। ਜਿਸ ਸਿੱਖ ਨੂੰ ਸਤਿਗੁਰੂ ਜੀ ਨਾਮ ਰੂਪ ਧਨ ਦੌਲਤ ਬਖਸ਼ ਦਿੰਦੇ ਹਨ, ਹੇ ਭਾਈ ਉਹ ਗੁਰੂ ਦਾ ਸਿੱਖ ਵਡਭਾਗੀ ਵੱਡਿਆਂ ਭਾਗਾਂ ਵਾਲਾ ਹੁੰਦਾ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਸਤਿਗੁਰੂ ਆਪਣੇ ਸਿੱਖ ਦਾ ਹਲਤ ਲੋਕ ਪਲਤ ਪਰਲੋਕ ਸਵਾਰੈ ਕਿ ਸਵਾਰ ਦਿੰਦੇ। ਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਸਿੱਖਾਂ ਨੂੰ ਸਤਿਗੁਰੂ ਨਾਮ ਦੀ ਦਾਤ ਦਿੰਦੇ ਆ ਉਹਨਾਂ ਨੂੰ ਜੀ ਕਹੀਏ। ਜੱਜੇ ਨੂੰ ਬਿਹਾਰੀ ਹੈ ਤਾਂ ਐੜਾ ਮੁਕਤਾ ਵਾ। ਜੇ ਤਾਂ ਕੱਲਾ ਜੱਜੇ ਨੂੰ ਬਿਹਾਰੀ ਹੋਵੇ ਫਿਰ ਜੀ ਕੱਲਾ ਬੋਲਣਾ, ਪਰ ਇਸ ਨੂੰ ਹੁਣ ਜੀ ਐੜਾ ਮੁਕਤਾ ਵੀ ਬੋਲਣਾ ਹੈ। ਕਹਿੰਦੇ ਹਿਰਦੇ ਨਾਲ, ਜੀ ਦਾ ਮਤਲਬ ਹਿਰਦੇ ਨਾਲ ਸੰਭਾਲਿਆ ਯਾਦ ਕਰਦੇ ਆ, ਲੋਕ ਪ੍ਰਲੋਕ ਵਿੱਚ ਸਾਂਭ ਸੰਭਾਲ ਕਰਦੇ ਹਨ। ਜਿਵੇਂ ਇੱਕ ਦਿਨ ਕਲਗੀਧਰ ਜੀ ਨੂੰ ਸਿਮਰਨ ਕਰਦਿਆਂ ਨੂੰ ਦੇਖ ਕੇ ਭਾਈ ਦਇਆ ਸਿੰਘ ਨੇ ਕਿਹਾ ਕਿ ਸਾਰਾ ਸੰਸਾਰ ਤੁਹਾਡਾ ਸਿਮਰਨ ਕਰਦਾ ਹੈ ਤੇ ਤੁਸੀਂ ਕਿਸ ਦਾ ਸਿਮਰਨ ਕਰਦੇ ਹੋ? ਤਾਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜੇ ਸਿੱਖ ਮੈਨੂੰ ਯਾਦ ਕਰਦੇ ਹਨ, ਮੇਰਾ ਸਿਮਰਨ ਕਰਦੇ ਹਨ, ਮੈਂ ਉਹਨਾਂ ਨੂੰ ਚੇਤੇ ਕਰਦਾ ਹਾਂ। ਜੈਸਾ ਕਿ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਆਪਣੇ ਕਵਿਤਾਂ ਵਿੱਚ, ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ, ਤਾਹੇ ਬਾਰੰਬਾਰ ਗੁਰ ਹੇਤ ਹੈ। ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ, ਤਾਹੇ ਬਾਰੰਬਾਰ ਗੁਰ ਹੇਤ ਹੈ। ਸੋ ਸਤਿਗੁਰੂ ਉਸ ਸਿੱਖ ਨੂੰ ਉਹਨਾਂ ਪਿਆਰਿਆਂ ਨੂੰ ਯਾਦ ਕਰਦੇ ਜਿਹੜੇ ਸਤਿਗੁਰੂ ਨੂੰ ਯਾਦ ਕਰਦੇ ਆ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਗੁਰ ਕਹੀਏ ਸਤਿਗੁਰਾਂ ਦੇ ਸਤ ਸੰਗਤ ਰੂਪੀ ਗ੍ਰਹਿ ਘਰ ਵਿੱਚ ਜਿਹੜਾ ਸੇਵਕ ਦਾਸ ਰਹਿੰਦਾ ਹੈ, ਗੁਰਾਂ ਦੀ ਆਗਿਆ ਰਜਾ ਨੂੰ ਮਨ ਅੰਤਿਸ਼ ਕਰਨ ਵਿੱਚ ਸਹਿ ਸਹਾਰ ਦਾ ਭਾਵ ਮੰਨਣਾ ਕਰਦਾ ਹੈ। ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਆਪਸ ਕਹੀਏ ਆਪਣੇ ਆਪ ਨੂੰ ਕੁਝ ਵੀ ਕਰਕੇ ਨਾ ਜਨਾਵੇ, ਜਨਾਉਣਾ ਕਰਦਾ ਹੋਵੇ।
ਆਪਣੇ ਆਪ ਵਿੱਚੋਂ ਆਪਾ ਭਾਵ ਮਿਟਾਉਣ ਲਈ ਹਰ ਵਕਤ ਹਰੀ ਵਾਹਿਗੁਰੂ ਜੋ ਹਰ ਸਾਰੇ ਰਮਿਆ ਹੋਇਆ ਉਸ ਦੇ ਨਾਮ ਨੂੰ ਹਮੇਸ਼ਾ ਹੀ ਹਿਰਦੇ ਵਿੱਚ ਧਿਆਵੈ ਧਿਆਉਣਾ ਕਰੇ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਅਤੇ ਆਪਣੇ ਮਨ ਨੂੰ ਭੇਟਾ ਕਰਨ ਰੂਪ ਸਤਿਗੁਰਾਂ ਦੇ ਚਰਨਾਂ ਪਾਸ ਕੀਏ ਕੋਲ ਵੇਚੈ ਵੇਚਣਾ ਕਰੇ। ਉਸ ਸੇਵਕ ਦਾਸ ਦੇ ਸਾਰੇ ਹੀ ਕਾਰਜ ਕੀਏ ਕੰਮ ਰਾਸ ਦਰੁਸਤ ਹੋ ਜਾਂਦੇ, ਠੀਕ ਹੋ ਜਾਂਦੇ ਆ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੋ ਸੇਵਕ ਸਤਿਗੁਰਾਂ ਦੀ ਸੇਵਾ ਟਹਿਲ ਕਰਦਾ ਹੋਇਆ ਨਿਹਕਾਮੀ ਕਾਮਨਾ ਤੋਂ ਰਹਿਤ ਹੋ ਜਾਂਦਾ ਹੈ, ਉਸ ਨੂੰ ਸੁਆਮੀ ਮਾਲਕ ਵਾਹਿਗੁਰੂ ਪ੍ਰਾਪਤ ਕਹੀਏ ਮਿਲ ਜਾਂਦਾ ਹੈ। ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਜਿਸ ਉੱਤੇ ਹਰੀ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਆਪ ਕਰੇ ਕਹੀਏ ਕਰ ਦੇਵੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੋ ਉਹ ਸੇਵਕ ਦਾਸ ਗੁਰੂ ਸਾਹਿਬ ਜੀ ਦੀ ਮਤ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਨ ਰੂਪ ਲੈ ਕਹੀਏ ਲੈਣਾ ਕਰਦਾ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। 20 ਬਿਸਵੇ ਹੁੰਦਾ ਨਿਸ਼ਚੇ ਕਰਕੇ, ਗੁਰ ਸਤਿਗੁਰਾਂ ਦਾ ਬਚਨ ਜਿਸ ਸੇਵਕ ਦਾ ਮਨ ਹਿਰਦਾ ਮੰਨ ਲਵੇ। ਇਸ ਤਰ੍ਹਾਂ 20 ਬਿਸਵੇ ਭਾਵ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਵਿਸ਼ੇ, 5 ਵਿਕਾਰ, ਇਹਨਾਂ ਸਾਰਿਆਂ ਨੂੰ ਰੋਕ ਲਵੇ। 5 ਤੱਤਾਂ ਦੀ ਧਾਰਨਾ ਵਾਲਾ ਹੋਵੇ। 5 ਸਤ ਸੰਤੋਖ ਦਇਆ ਧਰਮ ਮੋਖ ਹੋਣ। 5 ਪ੍ਰਾਣ ਰੋਕੇ ਹੋਣ। 5 ਕਲੇਸ਼ ਮਿਟੇ ਹੋਣ। ਉਸ ਸੇਵਕ ਉੱਤੇ ਗੁਰ ਕਹੀਏ ਸਤਿਗੁਰਾਂ ਦਾ ਮਨ ਮਾਨੈ ਮੰਨ ਜਾਂਦਾ। ਸੋ ਕਹੀਏ ਉਹ ਸੇਵਕ ਦਾਸ ਪਰਮੇਸ਼ਰ ਦੀ ਗਤ ਪ੍ਰਾਪਤੀ ਨੂੰ ਜਾਣੈ ਜਾਣਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕੋ ਬਲ ਜਾਉ। ਸੋ ਕਹੀਏ ਉਹ ਸਾਡੇ ਸਤਿਗੁਰੂ ਰਾਮਦਾਸ ਸਾਹਿਬ ਜੀ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਹਰ ਕਹੀਏ ਵਾਹਿਗੁਰੂ ਦੇ ਨਾਉ ਨਾਮ ਦਾ ਨਿਵਾਸ ਹੈ। ਅਨਕ ਅਨੇਕਾਂ ਬਾਰ ਅਜਿਹੇ ਸਤਿਗੁਰੂ ਰਾਮਦਾਸ ਕਉ ਕਹੀਏ ਨੂੰ ਬਲ ਕਹੀਏ ਬਲਹਾਰ ਕੁਰਬਾਨ ਜਾਓ ਜਾਂਦੇ ਹਾਂ। ਸਰਬ ਨਿਧਾਨ ਜੀ ਕਾ ਦਾਤਾ, 8 ਪਹਿਰ ਪਾਰ ਬ੍ਰਹਮ ਰੰਗ ਰਾਤਾ। ਗੁਰੂ ਸਰਬ ਸਾਰੇ ਨਿਧਾਨ ਖਜ਼ਾਨਿਆਂ ਦਾ ਮਾਲਕ ਤੇ ਜੀ ਜ਼ਿੰਦਗੀ ਦਾ ਦਾਤਾ ਦੇਣ ਵਾਲਾ ਹੈ। 8 ਅੱਠੇ ਪਹਿਰ ਹੀ ਪਾਰ ਬ੍ਰਹਮ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਰਾਤਾ ਕੀਏ ਰੰਗਿਆ ਰਹਿੰਦਾ ਹੈ। ਬ੍ਰਹਮ ਮਹਿ ਜਨ, ਜਨ ਮਹਿ ਪਾਰ ਬ੍ਰਹਮ, ਏਕ ਹੈ ਆਪ ਨਹੀਂ ਕਛ ਭਰਮ। ਬ੍ਰਹਮ ਪਰਮੇਸ਼ਰ ਦੇ ਸਰੂਪ ਵਿੱਚ ਗੁਰੂ ਜਨ ਮਿਲੇ ਹੋਏ ਹਨ ਤੇ ਗੁਰੂ ਜਨਾਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਮਿਲਿਆ ਹੋਇਆ। ਗੁਰੂ ਸਾਹਿਬ ਜੀ ਗੁਰਮੁਖ ਜਨਾਂ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਮੇਲ ਦਿੰਦੇ ਹਨ ਤੇ ਗੁਰਮੁਖ ਜਨ ਗੁਰ ਉਪਦੇਸ਼ ਦੁਆਰਾ ਪਾਰ ਬ੍ਰਹਮ ਵਿੱਚ ਅਭੇਦ ਹੋ ਜਾਂਦੇ ਹਨ। ਆਪ ਕੀ ਆਪਸ ਵਿੱਚ ਇੱਕ ਹੈ, ਇੱਕੋ ਰੂਪ ਹੋ ਜਾਂਦੇ ਤੇ ਕੁਝ ਭਰਮ ਭੇਦ ਨਹੀਂ ਰਹਿੰਦਾ। ਜੈਸਾ ਕਿ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। RAM ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ। ਸਹਿਸ ਸਿਆਨਪ ਲਿਆ ਨ ਜਾਈਐ, ਨਾਨਕ ਐਸਾ ਗੁਰ ਬੜ ਭਾਗੀ ਪਾਈਐ। ਸਹਿਸ ਹੁੰਦਾ ਹਜ਼ਾਰਾਂ ਸਿਆਣਪਾਂ ਕਰਕੇ ਜੋ ਗੁਰੂ ਲਿਆ ਭਾਵ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਜਿਹਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬੜ ਭਾਗੀ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ। ਸਫਲ ਦਰਸ਼ਨ ਪੇਖਤ ਪਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਸਤਿਗੁਰਾਂ ਦਾ ਦਰਸ਼ਨ ਦੀਦਾਰ ਸਫਲ ਸਹਿਤ ਗਿਆਨ ਫਲ ਦੇ ਦੇਣ ਵਾਲਾ ਤੇ ਫਲਣ ਵਾਲਾ ਹੈ, ਜਿਸ ਨੂੰ ਪੇਖਤ ਦੇਖਣ ਨਾਲ ਪੁਨੀਤ ਪਵਿੱਤਰ ਹੋ ਜਾਈਦਾ। ਗੁਰਾਂ ਦੇ ਚਰਨ ਪਰਸਤ ਛੂਹਣ ਕਰਕੇ
ਨਿਰਮਲ ਉਜਲ ਰੀਤ ਮਰਿਆਦਾ ਦੀ ਗਤ ਪ੍ਰਾਪਤੀ ਹੁੰਦੀ। ਭੇਟਤ ਸੰਗ RAM ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਜੇਕਰ ਸਤਿਗੁਰਾਂ ਦੇ ਸੰਗ ਨਾਲ ਭੇਟਤ ਮਿਲ ਕੇ RAM ਹਰੀ ਵਾਹਿਗੁਰੂ ਦੇ ਗੁਣਾਂ ਨੂੰ ਰਵੇ ਕਹੀਏ ਉਚਾਰਨ ਕਰੇ ਤਾਂ ਪਾਰ ਬ੍ਰਹਮ ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਭਾਵ ਸੱਚਖੰਡ ਵਿੱਚ ਗਵੇ ਗਮਤਾ ਹੋ ਜਾਂਦੀ। ਪਰਮੇਸ਼ਰ ਦੇ ਸੱਚਖੰਡ ਵਿੱਚ ਉਸ ਦਾ ਜਸ ਗਵੇ ਕਹੀਏ ਗਾਇਆ ਜਾਂਦਾ। ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀ ਆਨੇ। ਗੁਰਾਂ ਦੇ ਸ਼ੁਭ ਬਚਨਾਂ ਨੂੰ ਸੁਣਨ ਕਰਕੇ ਕੰਨ ਆਗਾਨੇ ਰੱਜ ਭਾਵ ਤ੍ਰਿਪਤ ਹੋ ਜਾਂਦੇ। ਗੁਰਾਂ ਦੇ ਬਚਨ ਸੁਣ ਕੇ ਕੰਨ ਨਿੰਦਿਆ ਉਸਤਤ ਵੱਲੋਂ ਆਗਾਨੇ ਰੱਜ ਜਾਂਦੇ। ਮਨ ਅੰਤਸ਼ਕਰਨ ਸੰਤੋਖ ਸਬਰ ਦੇ ਸਹਿਤ ਹੋ ਜਾਂਦਾ ਅਤੇ ਆਤਮ ਸਰੂਪ ਵਿੱਚ ਪਤੀ ਆਨੇ ਭਰੋਸਾ ਆ ਜਾਂਦਾ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਪੂਰਾ ਗੁਰ ਅਖਿਓ ਜਾ ਕਾ ਮੰਤਰ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਉਹ ਪੂਰਾ ਗੁਰੂ ਪੂਰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਜਾ ਕਾ ਕਹੀਏ ਜਿਨ੍ਹਾਂ ਗੁਰਾਂ ਦਾ ਵਾਹਿਗੁਰੂ ਮੰਤਰ ਅਖਿਓ ਨਾਸ ਤੋਂ ਰਹਿਤ ਹੈ, ਜਿਗਿਆਸੂ ਨੂੰ ਅਖਿਓ ਨਾਸ ਤੋਂ ਰਹਿਤ ਕਰਨ ਵਾਲਾ ਹੈ। ਜਿਨ੍ਹਾਂ ਵੱਲ ਗੁਰੂ ਸਾਹਿਬ ਜੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਦ੍ਰਿਸ਼ਟ ਨਦਰ ਨਾਲ ਪੇਖਿਆ ਦੇਖਦੇ ਹਨ, ਉਹ ਸੰਤ ਸ਼ਾਂਤ ਚਿੱਤ ਵਾਲੇ ਮਹਾਤਮਾ ਹੋਏ ਕਹੀਏ ਹੋ ਜਾਂਦੇ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਸੋ ਗੁਣ ਬੇਅੰਤ ਜਿਵੇਂ ਰਹਿ ਰਾਸ ਸਾਹਿਬ ਵਿੱਚ ਵੀ ਆਉਂਦਾ ਹੈ, ਬੇਅੰਤ ਤੇ ਬੇਅੰਤ, ਬੱਬੇ ਨੂੰ ਸਿਹਾਰੀ ਤੇ ਬੱਬੇ ਨੂੰ ਲਾਂ ਕਰਕੇ ਬੇਅੰਤ ਹੋਣਾ। ਉੱਥੇ ਬੇਅੰਤ ਬੋਲਣਾ ਹੈ, ਇੱਥੇ ਬੱਬੇ ਨੂੰ ਸਿਹਾਰੀ ਵਾਲਾ ਬੇਅੰਤ ਆਇਆ ਹੈ। ਗੁਣ ਬੇਅੰਤ, ਸੋ ਬੱਬੇ ਨੂੰ ਸਿਹਾਰੀ ਕਾਲੀ ਵਿੱਚ ਬੋਲ ਕੇ ਬੇਅੰਤ ਇਸ ਤਰ੍ਹਾਂ ਬੋਲਣਾ ਹੈ। ਇਸ ਨੂੰ ਵੀ ਕਿਤੇ ਬੇਅੰਤ ਨਹੀਂ ਬੋਲ ਜਾਣਾ। ਫਿਰ ਸਿਹਾਰੀ ਤੇ ਲਾਮ ਦੇ ਵਿੱਚ ਕੋਈ ਫਰਕ ਨਾ ਸਮਝਿਆ ਸੀ ਵੀ ਜਿਹੜਾ ਸਿਹਾਰੀ ਨੂੰ ਵੀ ਲਾਮ ਹੀ ਬੋਲੀ ਜਾ ਰਹੇ ਆ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਸਤਿਗੁਰਾਂ ਵਿੱਚ ਬੇਅੰਤ ਗੁਣ ਹੋਣ ਕਰਕੇ ਕਿਸੇ ਪਾਸੋਂ ਵੀ ਕੀਮਤ ਨਹੀਂ ਪਾਈ ਜਾ ਸਕਦੀ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਦੀ ਸ਼ਰਧਾ ਭਾਵਨਾ ਭਗਤੀ ਪਰਮੇਸ਼ਰ ਨੂੰ ਭਾਵੈ ਭਾ ਜਾਵੇ, ਉਸ ਨੂੰ ਆਪਣੇ ਨਾਲ ਮਿਲਾਏ ਮੇਲ ਲੈਂਦਾ ਹੈ। ਜਿਹਬਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਬਬੇਕ। ਸਾਡੀ ਜੇਬਾ ਜੀਭ ਤਾਂ ਏਕ ਕਹੀਏ ਇੱਕ ਹੈ। ਉਸ ਵਾਹਿਗੁਰੂ ਦੀ ਉਸਤਤ ਵਡਿਆਈ ਅਨੇਕਾਂ ਗੁਣਾਂ ਵਾਲੀ ਹੈ। ਅਸੀਂ ਕੀ ਕਹਿ ਸਕਦੇ ਹਾਂ? ਉਹ ਸਤਿਪੁਰਖ ਬ੍ਰਹਮ ਰੂਪ ਹੈ, ਸਾਰਿਆਂ ਥਾਵਾਂ ਵਿੱਚ ਪੂਰਨ ਬਬੇਕ ਗਿਆਨਵਾਨ ਭਾਵ ਜੀਵ ਈਸ ਦੀ ਏਕਤਾ ਕਰਾਉਣ ਵਾਲਾ ਹੈ। ਕਾਹੂ ਬੋਲ ਨ ਪਹੁੰਚਤ ਪ੍ਰਾਨੀ, ਅਗਮ ਅਗੋਚਰ ਪ੍ਰਭ ਨਿਰਬਾਨੀ। ਪਰਮੇਸ਼ਰ ਦੇ ਗੁਣਾਂ ਬਰਾਬਰ, ਸਤਿਗੁਰਾਂ ਦੇ ਪਰਉਪਕਾਰਾਂ ਬਰਾਬਰ ਕਾਹੂ ਕਿਸੇ ਵੀ ਬੋਲ ਬਚਨਾ ਕਰਕੇ ਪ੍ਰਾਨੀ ਜੀਵ ਨਾਮ ਦੀ ਸੱਤਾ ਤੋਂ ਬਿਨਾਂ ਪਰਮੇਸ਼ਰ ਕੋਲ ਨਹੀਂ ਪਹੁੰਚ ਸਕਦਾ। ਜੋ ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਤੇ ਪ੍ਰਭ ਹਰੀ ਵਾਹਿਗੁਰੂ ਸਾਰੇ ਨਿਰਬਾਨੀ, ਬੰਧਨਾਂ ਤੋਂ ਰਹਿਤ ਹੈ ਭਾਵ ਨਿਰਬਾਨ ਸਰੂਪ ਹੈ। ਨਿਰਾਹਾਰ ਨਿਰਵੈਰ ਸੁਖਦਾਈ। ਪਰਮੇਸ਼ਰ ਨਿਰਾਹਾਰ ਆਹਾਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਹਾਰ ਤੋਂ ਰਹਿਤ ਹੈ, ਹਾਰ ਦਾ ਵੀ ਨਹੀਂ ਉਹ, ਅਤੇ ਸੁਖਦਾਈ ਸੁੱਖਾਂ ਦੇ ਦੇਣ ਵਾਲਾ ਭਾਵ ਜਿਵੇਂ ਕਈ ਸਾਧ ਨਿਰਾਹਾਰੀ ਬਣ ਕੇ ਬੈਠਦੇ ਆ, ਇਸ ਪ੍ਰਕਾਰ ਦਾ ਨਿਰਾਹਾਰੀ ਨਹੀਂ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਕਥਾ ਵਿੱਚ ਇਹ ਸਾਖੀ ਸੁਣਾਉਂਦੇ ਸਨ ਕਿ ਇੱਕ ਸਾਧ ਸਮਾਧੀ ਲਾ ਕੇ ਬੈਠਿਆ ਕਰੇ। ਇੱਕ ਰਾਜਾ ਦਰਸ਼ਨਾਂ ਨੂੰ ਜਾਣ ਲੱਗ ਪਿਆ। ਰਾਜੇ ਨੇ ਦਰਸ਼ਨ ਕੀਤੇ ਤੇ ਸਾਧ ਨੇ ਫਿਰ ਸਮਾਧੀ ਲਾ ਲਈ। ਫਿਰ 6 ਮਹੀਨੇ ਦੀ ਸਮਾਧੀ ਲਾ ਲਈ। ਸਾਧ ਬੋਲਿਆ ਹੀ ਨਾ। ਜਦੋਂ ਸਮਾਧੀ ਖੁੱਲ੍ਹਣ ਦਾ ਸਮਾਂ ਨੇੜੇ ਆਇਆ ਤਾਂ ਰਾਜੇ ਨੂੰ ਇੱਕ ਮਹਾਤਮਾ ਮਿਲੇ। ਤਾਂ ਰਾਜੇ ਨੇ ਸਮਾਧੀ ਵਾਲੇ ਜੋਗੀ ਦੀ ਬੜੀ ਪ੍ਰਸ਼ੰਸਾ ਕੀਤੀ ਕਿ ਬੜੇ ਤਕੜੇ ਜੋਗੀ ਹਨ,
6 ਮਹੀਨੇ ਹੋ ਗਏ ਸਮਾਧੀ ਲੱਗੀ ਨੂੰ। ਮਹਾਤਮਾ ਕਹਿਣ ਲੱਗੇ ਕਿ ਹੇ ਰਾਜਨ, ਤੂੰ ਦਰਸ਼ਨ ਕਰ ਜਿਵੇਂ ਜਾਂਦਾ ਹੈ। ਤੂੰ ਦਰਸ਼ਨ ਕਰਨ ਕਿਵੇਂ ਜਾਂਦਾ ਹੈ? ਕਹਿੰਦਾ ਜੀ 21 ਦਿਨਾਂ ਬਾਅਦ ਜਾਂਦਾ ਹਾਂ। ਸੰਤ ਕਹਿਣ ਲੱਗੇ ਜਦੋਂ ਜਾਏਗਾ ਮੈਨੂੰ ਨਾਲ ਲੈ ਕੇ ਜਾਈਂ। ਜਦੋਂ ਸਮਾਧੀ ਖੋਲ੍ਹਣ ਵਿੱਚ 1 ਦਿਨ ਰਹਿ ਗਿਆ ਤਾਂ ਰਾਜੇ ਨੇ ਮਹਾਤਮਾ ਨੂੰ ਕਿਹਾ ਕਿ ਕੱਲ੍ਹ ਨੂੰ ਮੇਰੇ ਜੋਗੀ ਦੀ ਸਮਾਧੀ ਖੁੱਲ੍ਹਣੀ ਹੈ। ਜਦੋਂ ਦੂਸਰੇ ਦਿਨ ਸਮਾਧੀ ਖੁੱਲ੍ਹਣ ਦਾ ਸਮਾਂ ਆਇਆ ਤਾਂ ਮਹਾਤਮਾ ਨੇ ਰਾਜੇ ਨੂੰ ਵਕਤ ਖੁੰਝਾ ਦਿੱਤਾ, ਸਮਾਂ ਲੰਘਾ ਦਿੱਤਾ। ਜਦੋਂ ਮਹਾਤਮਾ ਤੇ ਰਾਜਾ ਗਏ ਤਾਂ ਸਾਧ ਮਰਿਆ ਹੋਇਆ ਦੇਖਿਆ ਤਾਂ ਮਹਾਤਮਾ ਕਹਿਣ ਲੱਗੇ ਕਿ ਰਾਜਨ, ਤੂੰ ਤਾਂ ਕਹਿੰਦਾ ਸੀ ਕਿ ਕੋਈ ਖੁਰਾਕ ਨਹੀਂ ਖਾਂਦਾ ਸੀ, ਇਹ ਤਾਂ ਮਾਣ ਦਾ ਭਰਿਆ ਪਿਆ ਸੀ ਤੇ ਮਾਣ ਦੀ ਹੀ ਖੁਰਾਕ ਖਾਂਦਾ ਸੀ। ਨਿਰਾਹਾਰੀ ਤਾਂ ਇੱਕ ਪਰਮੇਸ਼ਰ ਹੀ ਆ। ਇਹ ਲੋਕ ਤਾਂ ਮਾਣ ਦੇ ਭੁੱਖੇ ਹੁੰਦੇ ਹਨ, ਨਾ ਰੋਟੀ ਤੇ ਨਾ ਹੀ ਬਸਤਰ ਪਹਿਨਦੇ ਹਨ। ਉਹਨਾਂ ਦੀ ਖੁਰਾਕ ਇਹ ਮਾਣ ਹੀ ਹੁੰਦਾ ਹੈ। ਤਾਂ ਕੀ ਕੀਮਤ ਕਿਨੈ ਨ ਪਾਈ, ਤਾਂ ਕੀ ਉਸ ਹਰੀ ਵਾਹਿਗੁਰੂ ਦੀ ਕਿਸੇ ਪਾਸੋਂ ਵੀ ਪ੍ਰਾਪਤੀ ਰੂਪੀ ਕੀਮਤ ਨਹੀਂ ਪਾਈ ਜਾ ਸਕਦੀ। ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਅਨਕ ਅਨੇਕਾਂ ਭਗਤ ਭਗਤੀ ਕਰਨ ਵਾਲੇ ਭਗਤ ਜਨ ਨਿਤ ਕੀਏ ਨਿਤਾ ਪ੍ਰਤੀ ਹਰੀ ਵਾਹਿਗੁਰੂ ਨੂੰ ਬੰਧਨ ਨਮਸਕਾਰ ਕਰਦੇ ਹਨ ਅਤੇ ਹਿਰਦੈ ਚਿੱਤ ਅੰਦਰ ਗੁਰੂ ਸਾਹਿਬ ਦੁਆਰਾ ਉਸ ਦੇ ਚਰਨਾਂ ਕਮਲਾਂ ਨੂੰ ਸਿਮਰਹਿ ਯਾਦ ਕਰਦੇ ਰਹਿੰਦੇ ਹਨ। ਸਤਿਬਲਹਾਰੀ ਸਤਿਗੁਰ ਆਪਣੇ, ਸਤਿਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਸਦ ਸੈਂਕੜੇ ਵਾਰੀ ਅਸੀਂ ਆਪਣੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਲਹਾਰੀ ਕੁਰਬਾਨ ਜਾਂਦੇ ਹਾਂ। ਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਐਸਾ ਇਹੋ ਜਿਹੇ ਪ੍ਰਭੂ ਹਰੀ ਵਾਹਿਗੁਰੂ ਨੂੰ ਜਪਦੇ ਹਾਂ, ਇਹੋ ਹਰ ਰਸ ਪਾਵੈ ਜਨ ਕੋਇ, ਅੰਮ੍ਰਿਤ ਪੀਵੈ ਅਮਰ ਸੋ ਹੋਇ। ਇਹ ਹਰੀ ਵਾਹਿਗੁਰੂ ਦੇ ਅੰਮ੍ਰਿਤ ਨਾਮ ਰਸ ਨੂੰ ਕੋਈ ਵਿਰਲਾ ਜਨ ਪੁਰਖ ਹੀ ਪ੍ਰਾਪਤ ਕਰਦਾ ਹੈ। ਜੋ ਸਤਿਗੁਰਾਂ ਦੇ ਅੰਮ੍ਰਿਤ ਨਾਮ ਨੂੰ ਪੀਵੈ ਪੀਂਦਾ ਹੈ ਸੋ ਉਹ ਅਮਰ ਮ੍ਰਿਤੂ ਤੋਂ ਰਹਿਤ ਹੋ ਜਾਂਦਾ। ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੈ ਮਨ ਪ੍ਰਗਟੇ ਗੁਣ ਤਾਸ। ਉਸ ਪੁਰਖ ਜੀਵ ਦਾ ਕਦੇ ਵੀ ਨਾਸ ਨਹੀਂ ਹੁੰਦਾ, ਜਾ ਕੇ ਜਿਸ ਦੇ ਮਨ ਅੰਤਸ਼ਕਰਨ ਵਿੱਚ ਗੁਣਤਾਸ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਆਪ ਪ੍ਰਗਟੇ ਪ੍ਰਤੱਖ ਹੋ ਜਾਂਦਾ, ਪ੍ਰਗਟ ਹੋ ਜਾਂਦਾ। 8 ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ ਸੇਵਕ ਕਉ ਦੇ। ਜੋ 8 ਪਹਿਰ ਹਰੀ ਵਾਹਿਗੁਰੂ ਦਾ ਨਾਮ ਲੈਂਦਾ ਭਾਵ ਉਚਾਰਦਾ ਹੈ ਅਤੇ ਆਪਣੇ ਸੇਵਕ ਦਾਸ ਨੂੰ ਵੀ ਸੱਚੇ ਨਾਮ ਦਾ ਉਪਦੇਸ਼ ਦੇ ਦਿੰਦਾ ਹੈ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮਹਿ ਰਾਖੈ ਹਰ ਹਰ ਏਕ। ਉਸ ਨੂੰ ਮਾਇਆ ਦੇ ਮੋਹ ਨਾਲ ਲੇਪ ਕਲੰਕ ਨਹੀਂ ਲੱਗਦਾ, ਕਿਉਂਕਿ ਉਹ ਆਪਣੇ ਮਨ ਅੰਤਸ਼ਕਰਨ ਵਿੱਚ ਇੱਕ ਹਰੀ ਵਾਹਿਗੁਰੂ ਜੋ ਹਰ ਸਾਰੇ ਰਮਿਆ ਹੋਇਆ ਹੈ ਉਸ ਨੂੰ ਹੀ ਚੇਤੇ ਰੱਖਦਾ ਹੈ। ਅੰਧਕਾਰ ਦੀਪਕ ਪਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ। ਜਿਸ ਪ੍ਰਕਾਰ ਦੀਪਕ ਦੀਵੇ ਦੇ ਪ੍ਰਗਾਸੇ ਪ੍ਰਕਾਸ਼ ਹੋਣ ਕਰਕੇ ਅੰਧਕਾਰ ਜਿਹੜਾ ਹਨੇਰਾ ਹੁੰਦਾ ਉਹ ਦੂਰ ਹੋ ਜਾਂਦਾ। ਜਿਹੜਾ ਸੰਸਾਰ ਦੇ ਅੰਦਰ ਅੰਧਕਾਰ ਅਗਿਆਨਤਾ ਦਾ ਹਨੇਰਾ ਛਾਇਆ, ਉਹ ਅਗਿਆਨ ਨੂੰ ਗੁਰੂ ਸਾਹਿਬ ਜੀ ਸਮਾਦਾਨ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕਰਕੇ ਮੇਟਣਾ ਕਰਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਹਿਰਦਿਆਂ ਤੋਂ ਭਰਮ ਮੋਹ ਸਾਰੇ ਦੁੱਖ ਨਾਸ ਹੋ ਜਾਂਦੇ, ਭਾਵ ਨਸ ਜਾਂਦੇ ਹਨ। ਤਪਤ ਮਾਹੇ ਠਾੜ ਵਰਤਾਈ। ਜਦੋਂ ਗੁਰਾਂ ਨੇ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕੀਤਾ ਤਾਂ ਰਾਗ ਦਵੈਸ਼ ਵਿੱਚ ਤਪਤ ਜਲਦੇ ਹੋਏ ਹਿਰਦਿਆਂ ਵਿੱਚ ਸ਼ਾਂਤੀ ਰੂਪ ਠਾਂਡ ਸਰਦੀ ਵਰਤਾ ਦਿੱਤੀ। ਸਾਰਾ ਕਲਯੁਗ ਈਰਖਾ ਦਵੈਸ਼ ਆਦਿ ਦੀ ਤਪਸ਼ ਵਿੱਚ ਤਪ ਰਿਹਾ ਸੀ। ਗੁਰੂ ਸਾਹਿਬ ਜੀ ਨੇ ਨਾਮ ਰੂਪੀ ਵਰਖਾ ਕਰਕੇ ਸਾਰੇ ਹੀ ਠੰਡ ਵਰਤਾ ਦਿੱਤੀ ਹੈ।
ਜਦੋਂ ਕਲਗੀਧਰ ਪਾਤਸ਼ਾਹ ਜੀ ਭੱਠਾ ਸਾਹਿਬ ਗਏ, ਉੱਥੇ ਰੋਪੜ ਦੇ ਪਠਾਨ ਨਿਹੰਗ ਖਾਂ ਦਾ ਰੋੜਾਂ ਦਾ ਭੱਠਾ ਲੱਗਾ ਸੀ। ਗੁਰੂ ਮਹਾਰਾਜ 20 ਕੋ ਜੰਗ ਕਰਕੇ ਜਦੋਂ ਉੱਥੇ ਪੁੱਜੇ ਨਾ, ਤਾਂ ਉੱਥੇ ਨਿਹੰਗ ਖਾਂ ਦੇ ਮਜ਼ਦੂਰਾਂ ਨੇ ਮਖੌਲ ਕੀਤਾ ਕਿ ਲਓ 10ਮ ਪਾਤਸ਼ਾਹ ਆ ਗਏ ਹਨ। ਮਹਾਰਾਜ ਮਜ਼ਦੂਰਾਂ ਨੂੰ ਕਹਿਣ ਲੱਗੇ ਕਿ ਭਾਈ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ, ਇੱਥੇ ਕੋਈ ਬੈਠਣ ਲਈ ਟਿਕਾਣਾ ਹੈ? ਤਾਂ ਮਜ਼ਦੂਰਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਮਖੌਲ ਵਾਲੇ ਸੁਭਾਅ ਨਾਲ ਕਿਹਾ, ਮਹਾਰਾਜ 20 ਕੋ ਦੇ ਵਿੱਚ ਜੰਗ ਮਚਾ ਕੇ ਖਲਕਤ ਮਾਰ ਦਿੱਤੀ ਹੈ, ਹੁਣ ਤੁਸੀਂ ਇੱਥੇ ਰੋੜਾਂ ਦੇ ਭੱਠੇ 'ਤੇ ਬੈਠ ਕੇ ਰਹਿ ਰਸ ਪੜੋਗੇ। ਕਲਗੀਧਰ ਜੀ ਸੁਣ ਕੇ ਨੀਲੇ ਘੋੜੇ ਨੂੰ ਕਹਿਣ ਲੱਗੇ, ਚੱਲ ਬਈ ਨੀਲਿਆ, ਜਿੱਥੇ ਜ਼ੁਲਮ ਦੀ ਭੱਠੀ ਠੰਡੀ ਕੀਤੀ ਹੈ, ਉੱਥੇ ਰੋੜੇ ਦੇ ਭੱਠੇ ਠੰਡੇ ਕਰਨੇ ਕੀ ਔਖੇ ਹਨ। ਜਦੋਂ ਘੋੜੇ ਨੇ ਪੈਰ ਰੱਖਿਆ, ਉਸੇ ਵੇਲੇ ਭੱਠਾ ਠੰਡਾ ਠਾਰ ਹੋ ਗਿਆ, ਜੋ ਹੁਣ ਤੱਕ ਪੌੜ ਦੇ ਨਿਸ਼ਾਨ ਉਸੇ ਤਰ੍ਹਾਂ ਹਨ। ਭਾਈ ਦਇਆ ਸਿੰਘ ਜੀ ਨੇ ਦੁਸ਼ਾਲਾ ਵਿਛਾ ਦਿੱਤਾ ਤੇ ਮਹਾਰਾਜ ਜੀ ਨੇ ਉੱਪਰ ਬੈਠ ਕੇ ਕੰਘਾ ਕੀਤਾ ਤੇ ਰੋਮ ਆਪਣੇ ਅੰਗੂਠੇ ਨਾਲ ਭੱਠੇ ਵਿੱਚ ਦਬਾਏ, ਤੇ ਉਸ ਵੇਲੇ ਉਸ ਵਿੱਚ ਤਰੇੜ ਆ ਗਈ ਤੇ ਭੱਠਾ ਠੰਡਾ ਹੋ ਗਿਆ। ਜਦੋਂ ਨਿਹੰਗਾਂ ਪਠਾਨ ਨੂੰ ਪਤਾ ਲੱਗਾ ਨਾ ਕਿ ਗੁਰੂ ਸਾਹਿਬ ਜੀ ਆਏ ਹਨ, ਉਹ ਭੱਜਿਆ ਆਇਆ ਅਤੇ ਆ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਪਕੜ ਲਏ ਤੇ ਕਹਿਣ ਲੱਗਾ, ਮਹਾਰਾਜ ਦਸ਼ਮੇਸ਼ ਜੀ ਬਖਸ਼ ਲਓ, ਮਜ਼ਦੂਰਾਂ ਤੋਂ ਗਲਤੀ ਹੋ ਗਈ ਹੈ। ਮਹਾਰਾਜ ਕਹਿਣ ਲੱਗੇ, ਨਿਹੰਗ ਖਾਂ, ਸਾਡੀਆਂ 2 ਕਟਾਰਾਂ ਤੇ ਕਿਰਪਾਨਾਂ ਦੀ ਬਖਸ਼ਿਸ਼ ਲੈਣਾ ਕਰ। ਜਿਤਨਾ ਇਹਨਾਂ ਦਾ ਸਤਿਕਾਰ ਕਰੇਗਾ, ਉਤਨਾ ਤੇਰਾ ਦਬਦਬਾ ਦੁਨੀਆ ਵਿੱਚ ਬਣਿਆ ਰਹੇਗਾ। ਮਹਾਰਾਜ ਤੂੰ ਬਖਸ਼ਿਸ਼ਾਂ ਲੈ ਕੇ ਸ਼ਾਸਤਰਾਂ ਨੂੰ ਪਲੰਘਾਂ 'ਤੇ ਸਜਾ ਕੇ ਪੂਜਨ ਕਰਦਾ ਰਿਹਾ, ਤੇ ਪਾਕਿਸਤਾਨ ਜਾਣ ਵੇਲੇ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਭੱਠਾ ਸਾਹਿਬ ਦੇ ਗਿਆ ਸੀ। ਇਉਂ ਗੁਰੂ ਸਾਹਿਬ ਜੀ ਨੇ ਤਪਦੇ ਭੱਠੇ ਨੂੰ ਠੰਡਾ ਕਰ ਦਿੱਤਾ। ਆਨੰਦ ਭਇਆ ਦੁੱਖ ਨਾਠੇ ਭਾਈ। ਹੇ ਭਾਈ ਭਰਾਵੋ, ਹੁਣ ਨਾਮ ਜਪਣੇ ਕਰਕੇ ਆਨੰਦ ਪ੍ਰਾਪਤ ਹੋਇਆ ਹੈ। ਸਾਰੇ ਜੰਮਣ ਮਰਨ ਰੂਪ ਦੁੱਖ ਨਾਠੇ ਭਾਈ ਨਸ ਗਏ ਹਨ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਜਿੰਨੇ ਜੰਮਣ ਮਰਨ ਦੇ ਅੰਦੇਸੇ ਸੰਸੇ ਸੀ, ਸਾਰੇ ਸਤਿਗੁਰਾਂ ਨੇ ਆਪਣੀ ਕਿਰਪਾ ਨਾਲ ਮੇਟ ਦਿੱਤੇ ਹਨ। ਸਾਧੂ ਸੰਤਾਂ ਦੇ ਪੂਰਨ ਉਪਦੇਸ਼ ਦਾ ਫਲ ਮਿਲਿਆ ਹੈ। ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ। ਜਿਸ ਦਾ ਜੰਮਣ ਮਰਨ ਦਾ ਭਉ ਡਰ ਚੂਕਾ ਕਹੀਏ ਚੁੱਕਿਆ ਭਾਵ ਖਤਮ ਹੋ ਗਿਆ ਹੈ, ਉਹ ਨਿਰਭਉ ਡਰ ਤੋਂ ਰਹਿਤ ਹੋ ਕੇ ਸਰੂਪ ਰੂਪੀ ਘਰ ਵਿੱਚ ਬਸੇ ਸਥਿਤ ਹੋ ਗਿਆ ਹੈ। ਉਸ ਦੇ ਸਾਰੇ ਹੀ ਵਿਆਧ ਰੋਗ ਮਨ ਅੰਤਸ਼ ਕਰਨ ਤੋਂ ਨਸੇ ਕਹੀਏ ਦੌੜ ਕੇ ਖੈ ਨਾਸ ਹੋ ਗਏ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਜਿਸ ਵਾਹਿਗੁਰੂ ਦਾ ਸੇਵਕ ਬਣਿਆ ਸੀ, ਤਿਨ ਉਸ ਵਾਹਿਗੁਰੂ ਨੇ ਆਪਣੀ ਕਿਰਪਾ ਰੂਪੀ ਦ੍ਰਿਸ਼ਟੀ ਧਾਰੀ ਕਹੀਏ ਧਾਰਨ ਕੀਤੀ ਹੈ, ਜਿਸ ਕਰਕੇ ਉਹ ਸੇਵਕ ਹੁਣ ਸਾਧ ਸੰਗ ਸਤਸੰਗਤ ਵਿੱਚ ਮਿਲ ਕੇ ਮੁਰਾਰੀ ਮੁਰਦੈਂਤ ਨੂੰ ਮਾਰਨ ਵਾਲੇ ਪਰਮੇਸ਼ਰ ਦਾ ਨਾਮ ਹੀ ਜਪਦਾ ਹੈ ਅਤੇ ਥਿਤ ਪਾਈ ਚੂਕੇ ਭ੍ਰਮ ਗਵਨ। ਸੁਨ ਨਾਨਕ ਹਰ ਹਰ ਜਸ ਸਰਵਨ। ਹਿਰਦੇ ਨੇ ਚੇਤਨ ਸਰੂਪ ਵਿੱਚ ਥਿਤ ਹੁੰਦਾ ਸਥਿਤੀ ਪਾਲੀ ਟਿਕਾ ਪਾ ਲਈ ਹੈ। ਜਿਹੜਾ ਭਰਮ ਕਰਕੇ ਜੂਨਾਂ ਵਿੱਚ ਗਮਨ ਫਿਰਨਾ ਸੀ, ਉਹ ਸਭ ਚੁੱਕਿਆ ਗਿਆ। ਭਾਵ 84 ਦੇ ਗੇੜਿਆਂ 'ਚੋਂ ਫਿਰਨਾ ਚੂਕੇ ਚੁੱਕਿਆ ਗਿਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੀਵਨ ਮੁਕਤੀ ਦੇ ਆਨੰਦ ਨੂੰ ਪਾ ਕੇ ਉਹ ਸੇਵਕ ਜਨ ਸ਼ਰਵਣ ਕੰਨਾਂ ਨਾਲ ਹਰ ਹਰੀ ਵਾਹਿਗੁਰੂ, ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਸ ਦਾ ਜਸ ਸੁਣਦਾ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਕਲਾ ਧਾਰ ਜਿਨ ਸਗਲੀ ਮੋਹੀ। ਉਹ ਨਿਰਗੁਣ ਸਰੂਪ ਵਿੱਚ ਵੀ ਆਪ ਹੈ, ਉਹ ਸਰਗੁਣ ਸਰੂਪ ਵਿੱਚ ਵੀ ਆਪ ਹੈ। ਨਿਰਗੁਣ ਜੋ ਬ੍ਰਹਮ ਰੂਪ ਰੰਗ ਤੋਂ ਰਹਿਤ ਹੈ, ਉਹ ਵੀ ਆਪ ਹੀ ਹੈ, ਤੇ ਸਰਗੁਣ ਵੀ ਉਹ ਹੀ ਹੈ ਜਿਸ ਨੇ ਆਪਣੀ ਕਲਾ ਸ਼ਕਤੀ ਧਾਰ ਕੇ ਸਾਰੀ ਸ੍ਰਿਸ਼ਟੀ ਨੂੰ ਮੋਹੀ ਕਹੀਏ ਮੋਹਿਤ ਕਰ ਰੱਖਿਆ, ਮੋਹ ਰੱਖਿਆ ਹੈ।
ਮਾਇਆ ਦੇ ਮੋਹ ਵਿੱਚ ਮੋਹਿਤ ਕਰਨਾ ਕੀਤਾ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਆਪਣੇ ਚਰਿਤ ਹੁੰਦਾ ਕੌਤਕਾਂ ਨੂੰ ਪ੍ਰਭ ਹਰੀ ਵਾਹਿਗੁਰੂ ਨੇ ਆਪ ਹੀ ਬਣਾਉਣਾ ਕੀਤਾ ਹੈ ਅਤੇ ਆਪਣੀ ਕੀਮਤ ਨੂੰ ਆਪ ਹੀ ਪਾ ਸਕਦਾ। ਹੋਰ ਕੋਈ ਉਹਦੀ ਕੀਮਤ ਪਾ ਨਹੀਂ ਸਕਦਾ, ਜਾਣ ਨਹੀਂ ਸਕਦਾ, ਕਿਉਂਕਿ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਅਸੀਂ ਤਾਂ ਕੁਰਬਾਨ ਜਾ ਸਕਦੇ ਹਾਂ, ਆਪ ਜੀ ਦੀ ਮਿਤ ਮਰਿਆਦਾ ਗਤ ਨੂੰ ਨਹੀਂ ਜਾਣ ਸਕਦੇ। ਹਰ ਬਿਨ ਦੂਜਾ ਨਾਹੀ ਕੋਇ, ਸਰਬ ਨਿਰੰਤਰ ਏਕੋ ਸੋਇ। ਹਰ ਹੁੰਦਾ ਹਰੀ ਅਕਾਲ ਪੁਰਖ ਤੋਂ ਬਿਨ ਬਗੈਰ, ਹੋਰ ਕੋਈ ਦੂਸਰਾ ਉਸ ਵਰਗਾ ਸਮਰੱਥ ਨਹੀਂ ਹੈ। ਸੋਏ ਉਹ ਇੱਕੋ ਹੀ, ਸਰਬ ਸਾਰਿਆਂ ਵਿੱਚ ਨਿਰੰਤਰ, ਅੰਤਰੇ ਤੋਂ ਰਹਿਤ, ਭੇਦ ਤੋਂ ਰਹਿਤ, ਇੱਕ ਰਸ ਪਰਿਪੂਰਨ ਹੈ। ਓਤ ਪੋਤ ਰਵਿਆ ਰੂਪ ਰੰਗ, ਭਏ ਪਰਗਾਸ ਸਾਧ ਕੈ ਸੰਗ। ਵਾਹਿਗੁਰੂ ਵਿੱਚ ਭਗਤ ਪਰੋਤੇ ਹੋਏ ਤੇ ਭਗਤਾਂ ਵਿੱਚ ਵਾਹਿਗੁਰੂ ਪਰੋਤਾ ਹੋਇਆ ਹੈ। ਓਤ ਪੋਤ ਹੁੰਦਾ ਤਾਣੇ ਪੇਟੇ ਵੱਤ, ਸਾਰਿਆਂ ਰੂਪਾਂ ਰੰਗਾਂ ਆਕਾਰਾਂ ਵਿੱਚ ਆਪ ਹੀ ਸੱਚਾ ਪਾਤਸ਼ਾਹ ਰਵਿਆ ਮਿਲਿਆ ਹੋਇਆ। ਇਹ ਗਿਆਨ ਦਾ ਪ੍ਰਗਾਸ ਚਾਨਣ ਸਾਧ ਸ੍ਰੇਸ਼ਟ ਜਨਾਂ ਦੇ ਸੰਗ ਕੀਏ ਨਾਲ ਮਿਲ ਕੇ ਪ੍ਰਾਪਤ ਭਏ ਕੀਏ ਹੁੰਦਾ ਹੈ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਹਾਰੀ। ਹਰੀ ਵਾਹਿਗੁਰੂ ਨੇ ਸੂਖਮ ਤੱਤਾਂ ਦੁਆਰਾ ਸੂਖਮ ਰਚਨਾ ਰਚੀ ਹੈ, ਸਥੂਲ ਤੱਤਾਂ ਦੁਆਰਾ ਸਥੂਲ ਰਚਨਾ ਰਚੀ ਹੈ। ਵਾਹਿਗੁਰੂ ਨੇ ਸੰਸਾਰਿਕ ਰਚਨਾ ਰਚ ਕੇ ਇਸ ਵਿੱਚ ਆਪਣੀ ਚੇਤਨ ਸੱਤਾ ਰੂਪੀ ਕਲ ਸ਼ਕਤੀ ਧਾਰੀ ਹੋਈ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਨੇਕਾਂ ਵਾਰ ਉਸ ਹਰੀ ਵਾਹਿਗੁਰੂ ਤੋਂ ਬਲਹਾਰੀ ਕੁਰਬਾਨ ਜਾਈਏ। ਸੋ ਇੱਥੋਂ ਤੱਕ ਸਾਡੀ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ 18ਵੀਂ ਅਸ਼ਟਪਦੀ ਵਿਚਾਰ ਸਹਿਤ ਸੰਪੂਰਨ ਹੋਈ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੀ 18ਵੀਂ ਅਸ਼ਟਪਦੀ ਵਿੱਚ ਜੋ ਹੁਣ ਪੂਰੇ ਅੱਖਰ ਆਏ ਹਨ ਉਹ 1031 ਹਨ। ਇਸ ਵਿੱਚ ਪੈਰਾਂ ਵਾਲੇ ਰਾਰੇ 20 ਹਨ, ਅੱਧਾ ਅੱਖਰ ਇੱਕ ਹੀ ਆਇਆ ਹੈ। ਇਸ 18ਵੀਂ ਅਸ਼ਟਪਦੀ ਦੇ ਕੁੱਲ ਅੱਖਰ 1052 ਆਏ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।